मतलब कि छोटी आंत वड्डी आंत की मूवमेंट ना होना, मूवमेंट बहुत ज़्यादा होना, ਜਾਂ छोटी आंत ते वड्डी आंत की ट्विस्टिंग होना। सवेरे कुछ भी खादा मोशन ਲਈ जाना पैंदा, टॉयलेट जाना पैंदा, दोपहर का खाना खाओगे 5-7 मिनट बाद फिर टॉयलेट जाना पेगा। और कदी कदी की होएगा 2-2 3-3 दिन छोटी आंत वड्डी आंत की मूवमेंट नहीं होएगी बिल्कुल भी। जो मूवमेंट नहीं होएगी तो तुहानू कॉन्स्टिपेशन हो जाएगी। मिर्च मसाले खाने, अपने गलत हैबिट्स हो गई, लॉन्ग टाइम सिटिंग हो गई और लंबा टाइम तक बैठे रहना, स्ट्रेस डिप्रैशन एंजाइटी करके IBS नहीं हो सकता। IBS करके मतलब कि तुहानू संगरैनी हैगी आ, ਉਹਦੇ ਕਰਕੇ ਤੁਹਾਨੂੰ स्ट्रेस डिप्रैशन एंजाइटी ਹੋਈ। ਆਯੁਰਵੇਦ ਤਾਂ ਇੱਕ ਸਾਡਾ ਗਹਿਣਾ ਆ ਜਿਹੜਾ ਆਪਾਂ ਨੂੰ ਅਡਾਪਟ ਕਰਨਾ ਚਾਹੀਦਾ। ਸਾਡੀ ਰਸੋਈ ਇੱਕ ਆਯੁਰਵੇਦ ਆ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਹੁੰਦੀ ਹੈ। ਅੱਜ ਵੀ ਅਸੀਂ ਖਾਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਤੇ ਵਿਸ਼ਾ ਹੈ IBS यानी कि इरीटेबल बाउल सिंड्रोम। इसनूं सरल भाषा दे विच संगरैणी भी कहा जाता है। तो जेकर तुसीं संगरैणी शब्द तो भी जाणू नहीं हो तो अज हो जाओगे। इस जानकारी नूं बड़े ध्यान नाल सुनना और तुहानूं दस्सांगे कि IBS दा आयुर्वेद दे नाल किस तरीके नाल एक सफल इलाज हो सकता है। पर इलाज समझण तो पहला ये जरूरी है कि तुसीं ये जान लो कि इरीटेबल बाउल सिंड्रोम हुंदा की है। कई लोग इस दे नाल कन्फ्यूज़ हो जाते हैं कि इसनूं नॉर्मल कॉन्स्टिपेशन समझ लेंदे ने और कई लोगों के लिए ये डायरिया बन जाता है और कई लोगों को तो यह उस तरीके दे नाल नाम जिस तरीके नाल इसका है इरीटेट करता है और ये समझ ही नहीं पाते कि सानू दिक्कत की हो गई है और डॉक्टरों के चक्कर लगते हैं और कई बार टेस्टां दे विच भी प्रॉपरली चीज़ निकल के नहीं आती। सो मैं तो इन्हां गल्लां दा दावा नहीं करता क्योंकि मैं जानकारी ਇੰਨੀ खुद नहीं रखता। सो इस प्रोग्राम ਦੇ ਵਿੱਚ ਤੁਹਾਨੂੰ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਵੈਦ ਲਲਿਤ ਵਰਮਾ ਜੀ ਹੋਣਗੇ। ਸੋ ਫਗਵਾੜਾ ਦੇ ਵਿੱਚ ਵਰਮਾ ਆਯੁਰਵੈਦਿਕ ਕਲੀਨਿਕ ਹੈ और ਅੱਜ ਅਸੀਂ ਉੱਥੇ ਖਾਸ ਤੌਰ ਦੇ ਉੱਤੇ ਪਹੁੰਚੇ ਹੋਏ ਹਾਂ और ਲਲਿਤ ਵਰਮਾ ਜੀ ਸਾਡੇ ਨਾਲ ਨੇ। ਸੋ ਵੈਦ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਮਦਰਦ ਟੀਵੀ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਸ਼ੇਖਰ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਬੜੀਆ। ਤੁਸੀਂ और मेरे ख्याल ਨਾਲ ਜਿਨ੍ਹਾਂ ਨੂੰ ਵੀ IBS ਹੈ ਅੱਜ ਅਸੀਂ ਉਹਨਾਂ ਦੇ ਵੀ ਹਾਲਾਤ ਬੈਟਰ ਕਰਨ ਵਾਲੇ ਹਾਂ और ਜਿਨ੍ਹਾਂ ਦਰਸ਼ਕਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਅੱਜ ਜਾਣਕਾਰੀ ਮਿਲੂਗੀ। ਮੈਂ ਚਾਹਾਂਗਾ ਕਿ ਜਿਹੜੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਇਸ ਜਾਣਕਾਰੀ ਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ ਪੇਪਰ ਦੇ ਉੱਤੇ ਤਾਂ ਕਿ ਤੁਸੀਂ ਬਾਰ-ਬਾਰ ਤੁਹਾਨੂੰ ਜਿਹੜੀ ਹੈ ਉਸ ਨੂੰ ਸਮਝਣ ਦੇ ਵਿੱਚ ਮਦਦ ਮਿਲ ਸਕੇ ਔਰ ਇਸ ਦੇ ਨਾਲ-ਨਾਲ ਜੋ ਤੁਹਾਨੂੰ ਨੁਸਖੇ ਵੀ ਦੱਸੇ ਜਾਂਦੇ ਨੇ ਔਰ ਤੁਹਾਨੂੰ ਟ੍ਰੀਟਮੈਂਟ ਦੱਸਿਆ ਜਾਂਦਾ ਉਸ ਨੂੰ ਵੀ ਤੁਸੀਂ ਨੋਟ ਕਰ ਸਕਦੇ ਹੋ। ਔਰ ਜੇ ਤੁਸੀਂ ਸੋਸ਼ਲ ਮੀਡੀਆ ਪੇਜ ਯਾਨੀ ਕਿ ਸਾਡੇ ਫੇਸਬੁੱਕ ਪੇਜ ਦੇ ਉੱਤੇ ਅਗਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਤਾਂ ਇਸ ਨੂੰ ਜ਼ਰੂਰ ਦੂਜਿਆਂ ਨਾਲ ਸਾਂਝਾ ਕਰਨਾ, ਸ਼ੇਅਰ ਕਰਨਾ ਕਿਉਂਕਿ ਇਹ ਜਾਣਕਾਰੀ ਕਈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਸੋ ਵੈਦ ਸਾਹਿਬ, ਸਭ ਤੋਂ ਪਹਿਲਾ ਸਵਾਲ ਜਿਵੇਂ ਕਿ ਅਸੀਂ ਗੱਲ ਵੀ ਮੈਂ ਸ਼ੁਰੂਆਤ ਦੇ ਵਿੱਚ ਕੀਤੀ ਕਿ ਕਨਫਿਊਜ਼ ਹੋ ਜਾਂਦਾ ਬੰਦਾ ਕਿ ਕੌਨਸਟੀਪੇਸ਼ਨ ਹੈ ਜਾਂ ਫਿਰ ਇਹ ਡਾਇਰੀਆ ਹੈ, ਐਗਜ਼ੈਕਟਲੀ ਹੈ ਕੀ ਹੈ। ਸੋ IBS ਦੀ ਪਹਿਚਾਣ ਤੋਂ ਲੈ ਕੇ ਗੱਲ ਕਰਾਂਗੇ। IBS ਹੁੰਦਾ ਕੀ ਹੈ? ਦੇਖੋ ਸ਼ੇਖਰ ਜੀ, IBS ਹੁੰਦਾ ਕੀ ਹੈ ਮੈਂ ਇਹੀ ਦੱਸੂਗਾ। ਇੱਥੋਂ ਆਪਾਂ ਸਟਾਰਟ ਕਰਦੇ ਹਾਂ। IBS ਕੀ ਹੋਏਗਾ ਕਿ ਤੁਹਾਡੀਆਂ ਜਿਹੜੀਆਂ ਛੋਟੀ ਆਂਤ ਆ ਵੱਡੀ ਆਂਤ ਆ ਉਹਦੀ ਮੂਵਮੈਂਟ ਪ੍ਰੋਪਰ ਵੇ ਨਾਲ ਨਹੀਂ ਹੋਣਾ। ਅੱਛਾ, ਮਤਲਬ ਕਿ ਉਹਦੀ ਮੂਵਮੈਂਟ ਦੇ ਵਿੱਚ ਇਰੀਟੇਬਿਲਿਟੀ ਆਣੀ। ਇਰੀਟੇਬਿਲਿਟੀ ਹੋਣ ਕਰਕੇ ਕੀ ਹੋਏਗਾ ਕਿ ਜਾਂ ਤਾਂ ਟਵਿਸਟਿੰਗ ਹੋਏਗੀ ਜਾਂ ਬਲੋਟਿੰਗ ਹੋਏਗੀ ਜਾਂ ਬਹੁਤ ਜ਼ਿਆਦਾ ਗੈਸ ਬਣੇਗੀ ਜਾਂ ਮੂਵਮੈਂਟ ਬਹੁਤ ਜ਼ਿਆਦਾ ਹੋ ਜਾਏਗੀ ਜਾਂ ਮੂਵਮੈਂਟ ਬਿਲਕੁਲ ਨਹੀਂ ਹੋਏਗੀ। ਮਤਲਬ ਕਿ ਛੋਟੀ ਆਂਤ ਵੱਡੀ ਆਂਤ ਦੀ ਮੂਵਮੈਂਟ ਨਾ ਹੋਣਾ, ਮੂਵਮੈਂਟ ਬਹੁਤ ਜ਼ਿਆਦਾ ਹੋਣਾ ਜਾਂ ਛੋਟੀ ਆਂਤ ਤੇ ਵੱਡੀ ਆਂਤ ਦੀ ਟਵਿਸਟਿੰਗ ਹੋਣਾ। ਜਿਹਦੇ 3 ਸਿੰਪਟਮਸ ਆਉਗੇ ਸਭ ਤੋਂ ਜ਼ਿਆਦਾ। ਕਿ ਪਹਿਲਾ ਕੀ ਹੋਏਗਾ, ਤੁਹਾਨੂੰ ਜਦੋਂ ਮੂਵਮੈਂਟ ਬਹੁਤ ਜ਼ਿਆਦਾ ਹੋਏਗੀ ਤੁਹਾਨੂੰ ਡਾਇਰੀਆ ਲੱਗ ਜਾਊਗਾ। ਅੱਛਾ, ਤੁਹਾਨੂੰ ਕਦੀ ਕਦੀ ਇਦਾਂ ਮਹਿਸੂਸ ਹੋਏਗਾ ਮੈਨੂੰ ਕਿ ਡਾਇਰੀਆ ਹੋ ਰਿਹਾ ਕਿ ਬਾਰ-ਬਾਰ ਟੱਟੀਆਂ ਆਈ ਜਾਊਗੀਆਂ ਬਹੁਤ ਜ਼ਿਆਦੀਆਂ। ਦਿਨ ਦੇ ਵਿੱਚ ਸਟਾਰਟਿੰਗ ਹੋਏਗੀ ਸਵੇਰੇ ਕੁਝ ਵੀ ਖਾਦਾ ਮੋਸ਼ਨ ਲਈ ਜਾਣਾ ਪੈਂਦਾ, ਟॉयलेट ਜਾਣਾ ਪੈਂਦਾ, ਦੁਪਹਿਰ ਦਾ ਖਾਣਾ ਖਾਓਗੇ 5-7 ਮਿੰਟ ਬਾਅਦ ਫਿਰ ਟॉयलेट ਜਾਣਾ ਪਏਗਾ। ਹੋਰ ਕਦੀ ਕਦੀ ਕੀ ਹੋਏਗਾ 2-2 3-3 ਦਿਨ ਛੋਟੀ ਆਂਤ ਵੱਡੀ ਆਂਤ ਦੀ ਮੂਵਮੈਂਟ ਨਹੀਂ ਹੋਏਗੀ ਬਿਲਕੁਲ ਵੀ। ਜਦੋਂ ਮੂਵਮੈਂਟ ਨਹੀਂ ਹੋਏਗੀ ਤੇ ਤੁਹਾਨੂੰ ਕੌਨਸਟੀਪੇਸ਼ਨ ਹੋ ਜਾਏਗੀ। ਕੌਨਸਟੀਪੇਸ਼ਨ ਕਰਕੇ ਹੋਰ ਵੀ ਕਈ ਪ੍ਰੋਬਲਮਸ ਆਪਾਂ ਦੇਖਦੇ ਰਹਿੰਦੇ ਕਿ ਹੁੰਦੀਆਂ ਜੀ। ਉਸ ਤੋਂ ਬਾਅਦ ਕੀ ਹੋਏਗੀ ਟਵਿਸਟਿੰਗ। ਅੰਤ ਨਾ ਆਪਣੇ ਆਪ ਟਵਿਸਟ ਹੋ ਗਈਆਂ ਪੇਟ ਦੇ ਵਿੱਚ ਇੱਕਦਮ ਮਰੋੜ ਪਊਗਾ। ਮਰੋੜ ਪੈਣ ਕਰਕੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਊਗੀ। ਦਰਦ ਇੰਨੀ ਸੀਵੀਅਰ ਹੋਊਗੀ ਕਿ ਤੁਹਾਨੂੰ ਕੋਈ ਨਾ ਕੋਈ ਪੇਨ ਕਿਲਰ ਲੈ ਕੇ ਹੀ ਆਰਾਮ ਆਏਗਾ, ਨਹੀਂ ਤਾਂ ਨਹੀਂ ਆਏਗਾ ਜੀ। ਸੋ ਇਹ ਜਿਹੜੀਆਂ ਮੇਨ ਪਹਿਚਾਨ ਹੈ ਅਗਰ ਗੱਲ ਕੀਤੀ ਜਾਵੇ। ਸੋ ਅਗਰ ਮੋਸ਼ਨ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਕਿਹਾ ਕਿ ਮੋਸ਼ਨ ਕਦੀ ਤੁਹਾਨੂੰ ਕੌਨਸਟੀਪੇਸ਼ਨ ਵੀ ਹੋ ਸਕਦੀ ਹੈ, ਕਦੀ ਲੂਜ਼ ਮੋਸ਼ਨ ਵੀ ਲੱਗ ਸਕਦੇ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਅਲੱਗ-ਅਲੱਗ। ਪਰ ਕਿੰਨੀ ਦੇਰ ਤੋਂ ਇਹ ਕਹਿ ਸਕਦੇ ਆ ਕਿ ਪ੍ਰੋਬਲਮ ਰਹਿਣ ਤੋਂ ਬਾਅਦ ਕ੍ਰੋਨਿਕ ਬਣਦੀ ਹੈ? ਜਿਹੜੀ ਇਰੀਟੇਬਿਲਿਟੀ ਹੈ ਜੇ ਆਪਾਂ ਇਹਦਾ ਪ੍ਰੋਪਰ ਟ੍ਰੀਟਮੈਂਟ ਨਾ ਕਰਵਾਈਏ ਤੇ 2-3 ਸਾਲ ਬਾਅਦ
ਨਹੀਂ ਤਾਂ ਕੀ ਹੋਏਗਾ, ਜਿਸ ਟਾਈਮ ਤੇ ਤੁਹਾਨੂੰ ਬਹੁਤ ਜ਼ਿਆਦਾ ਡਾਇਰੀਆ ਦੀ ਪ੍ਰੋਬਲਮ ਆ ਜਾਏਗੀ, ਬਹੁਤ ਜ਼ਿਆਦਾ ਬਲੋਟਿੰਗ ਦੀ ਪ੍ਰੋਬਲਮ ਆ ਜਾਏਗੀ, ਹਰ ਟਾਈਮ ਪੇਟ ਦੇ ਵਿੱਚ ਮਿੱਠਾ ਮਿੱਠਾ ਦਰਦ ਰਹੇਗਾ, ਤੇ ਉਹ ਥੋੜੀ ਕੁ ਦੇਰ ਬਾਅਦ 1-2 ਸਾਲ ਬਾਅਦ ਕ੍ਰੋਨਿਕ ਬਣ ਜਾਏਗੀ ਬਹੁਤ ਜ਼ਿਆਦਾ। ਕਿਉਂਕਿ ਇਹਦੇ 'ਚ ਕੀ ਹੋਏਗਾ, ਪਹਿਲੀ ਵਾਰ ਮੂਵਮੈਂਟ ਜ਼ਿਆਦਾ ਹੋ ਗਈ ਤੇ ਡਾਇਰੀਆ ਬਹੁਤ ਜ਼ਿਆਦਾ ਲੱਗ ਜਾਏਗਾ, ਕਿ ਜਿਹੜਾ ਕਿ ਮੈਡੀਸਨ ਦੇ ਨਾਲ ਜਲਦੀ ਸਟਾਪ ਵੀ ਨਹੀਂ ਹੋਏਗਾ। ਬਹੁਤ ਜ਼ਿਆਦਾ ਕਨਸਟੀਪੇਸ਼ਨ ਹੋ ਜਾਏਗੀ, ਕਿਉਂਕਿ ਇਹਦੇ 'ਚ ਆਪਾਂ ਕੋਈ ਕਨਸਟੀਪੇਸ਼ਨ ਦੀ ਮੈਡੀਸਨ ਵੀ ਨਹੀਂ ਲੈ ਸਕਦੇ ਜਲਦੀ, ਕਿਉਂਕਿ ਜੇ ਕਨਸਟੀਪੇਸ਼ਨ ਦੀ ਮੈਡੀਸਨ ਲਵਾਂਗੇ ਤੇ ਜਿਹੜੀ ਛੋਟੀ ਆਂਤ ਤੇ ਵੱਡੀ ਆਂਤ ਦੀ ਜਿਹੜੀ ਲਾਈਨਿੰਗ ਆ, ਉਹ ਲਾਈਨਿੰਗ ਇਹਦੇ ਨਾਲ ਖਰਾਬ ਹੋ ਜਾਏਗੀ। ਜਿਹੜੀ ਯੰਗ ਜਨਰੇਸ਼ਨਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ, ਇਹ ਜਿਹੜੀ IBS ਆ ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਯੰਗ ਜਨਰੇਸ਼ਨ ਦੇ ਵਿੱਚ ਤੁਹਾਨੂੰ ਕਨਸਟੀਪੇਸ਼ਨ ਹੋਏਗੀ, ਤੁਸੀਂ ਜਾਓਗੇ ਕੈਮਿਸਟ ਸਟੋਰ ਤੋਂ ਕੋਈ ਨਾ ਕੋਈ ਟੈਬਲੇਟ ਲਿਆਓਗੇ ਜਿੰਨਾ ਤੁਹਾਡੀ ਕਨਸਟੀਪੇਸ਼ਨ ਦੂਰ ਹੋਏਗੀ, ਤੇ ਬਟ ਜੇ ਤੁਸੀਂ ਉਹ 2-3 ਸਾਲ ਰੈਗੂਲਰ ਲਾਓਗੇ ਤੇ ਤੁਹਾਡੀ ਛੋਟੀ ਆਂਤ ਤੇ ਵੱਡੀ ਆਂਤ ਦੀ ਜਿਹੜੀ ਲਾਈਨਿੰਗ ਆ ਉਹ ਬਿਲਕੁਲ ਖਰਾਬ ਹੋਣੀ ਸ਼ੁਰੂ ਹੋ ਜਾਏਗੀ, ਤੇ ਹੌਲੀ ਹੌਲੀ ਕ੍ਰੋਨਿਕ ਹੋ ਜਾਏਗੀ। ਕ੍ਰੋਨਿਕ ਦੇ ਵਿੱਚ ਕੀ ਹੋਏਗਾ, 2-2 4-4 5-5 ਦਿਨ ਡਾਇਰੀਆ ਨਹੀਂ ਹਟੇਗਾ। ਜੇਕਰ ਕਨਸਟੀਪੇਸ਼ਨ ਹੋ ਗਈ ਤੇ ਹਫਤਾ ਲਗਾਤਾਰ ਕਨਸਟੀਪੇਸ਼ਨ ਨਹੀਂ ਹਟੇਗੀ, ਕਨਸਟੀਪੇਸ਼ਨ ਰਹੇਗੀ, ਤੁਹਾਨੂੰ ਸਿਰ ਦਰਦ ਰਹੇਗਾ, ਬੇਚੈਨੀ ਰਹੇਗੀ, ਘਬਰਾਹਟ ਰਹੇਗੀ, ਤੇ ਤੁਸੀਂ ਹੌਲੀ ਹੌਲੀ ਡਿਪਰੈਸ਼ਨ 'ਚ ਜਾਓਗੇ ਕਿ ਮੈਨੂੰ ਇਹ ਕਿੱਦਾਂ ਦੀ ਬਿਮਾਰੀ ਲੱਗ ਗਈ, ਜਿਹੜੀ ਬਿਮਾਰੀ ਸਹੀ ਹੋਣ ਦਾ ਨਾਮ ਹੀ ਨਹੀਂ ਲੈਂਦੀ ਪਈ। ਮੈਂ ਪੇਨ ਕਿਲਰ ਖਾਣਾ ਆ ਤੇ ਪੇਨ ਸਟਾਪ ਹੋ ਜਾਂਦੀ ਆ, 8 ਘੰਟੇ ਬਾਅਦ ਫੇਰ ਪੇਨ ਸਟਾਰਟ ਹੋ ਜਾਂਦੀ ਆ। ਔਰ ਕਈ ਵਾਰ ਤਾਂ ਇਹ ਹੁੰਦਾ ਕਿ ਅਸੀਂ ਪ੍ਰੋਬਲਮ ਨੂੰ ਪਛਾਣਿਆ ਵੀ ਨਹੀਂ ਜਾਂ ਸਮਝ ਵੀ ਨਹੀਂ ਪਾ ਰਹੇ ਕਿ ਪ੍ਰੋਬਲਮ ਹੈ ਕੀ ਹੈ। ਪੇਨ ਦੇ ਲਈ ਤੁਸੀਂ ਦਵਾਈ ਲੈ ਲਈ ਜਾਂ ਫਿਰ ਕਨਸਟੀਪੇਸ਼ਨ ਦੇ ਲਈ ਲੈ ਲਈ, ਸਮ ਟਾਈਮ ਲੂਜ਼ ਮੋਸ਼ਨ ਹੋਏ ਉਹਦੀ ਦਵਾਈ ਲੈ ਲਈ, ਤੇ ਇਹ ਜਿਹੜੀਆਂ ਦਵਾਈਆਂ ਉੱਪਰੋਂ ਲੈਂਦੇ ਰਹਿੰਦੇ ਆ ਤਾਂ ਇੱਕ ਜਿਹੜਾ ਮੈਨੇਜਮੈਂਟ ਚੱਲਦੀ ਰਹਿੰਦੀ ਹੈ, ਬਟ ਪ੍ਰੋਪਰ ਟਰੀਟਮੈਂਟ ਜਿਹੜਾ ਉਹ ਨਹੀਂ ਹੋ ਪਾਉਂਦਾ। ਇਹਦੇ 'ਚ ਕੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਆਪਣੇ ਪਹਿਲਾਂ ਉਹ ਦੇਖਦਾ ਕਿ ਮੈਨੂੰ ਪ੍ਰੋਬਲਮ ਕੀ ਆ ਜੀ, ਪ੍ਰੋਬਲਮ ਦੇ ਦੇਖਦਾ, ਪੇਟ ਦਰਦ ਹੋਇਆ ਪੇਟ ਦਰਦ ਦੀ ਗੋਲੀ ਖਾ ਲਈ, ਕਨਸਟੀਪੇਸ਼ਨ ਹੋਈ ਕਨਸਟੀਪੇਸ਼ਨ ਦੀ ਗੋਲੀ ਲੈ ਲਈ, ਉਸ ਤੋਂ ਬਾਅਦ ਜੇਕਰ ਡਾਇਰੀਆ ਹੋ ਗਿਆ ਤੇ ਡਾਇਰੀਆ ਰੋਕਣ ਲਈ ਦਵਾਈ ਲੈ ਲਈ। ਉਹ ਇਹ ਨਹੀਂ ਦੇਖਦਾ ਕਿ ਆਪਾਂ ਡਾਕਟਰ ਕੋਲ ਜਾ ਕੇ ਆਪਾਂ ਡਾਇਗਨੋਸ ਕਰਵਾਈਏ। ਡਾਇਗਨੋਸ ਹੋਏਗਾ ਤਾਂ ਹੀ ਤੁਹਾਡਾ ਟ੍ਰੀਟਮੈਂਟ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਉਸ ਤੋਂ ਬਾਅਦ ਕੀ ਆ, ਤੁਸੀਂ ਲਗਾਤਾਰ 1-2 ਸਾਲ 3 ਸਾਲ ਆਪਣੀ ਮਰਜ਼ੀ ਨਾਲ ਸੈਲਫ ਰੈਮੇਡੀਜ਼ ਦੇ ਨਾਲ ਆਪਣਾ ਟ੍ਰੀਟਮੈਂਟ ਕਰ ਰਹੇ ਹੋ ਤੇ ਜ਼ਿਆਦਾ ਪ੍ਰੋਬਲਮ ਵਰਸ ਹੋ ਜਾਂਦੀ ਹੈ। ਖੈਰ ਸੈਲਫ ਰੈਮੇਡੀਜ਼ ਦੇ ਉੱਤੇ ਤੇ ਅਸੀਂ ਇਹੀ ਕਹਾਂਗੇ ਕਿ ਡਾਇਗਨੋਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਇਹ ਹਮੇਸ਼ਾ ਵੈਦ ਸਾਹਿਬ ਜਿਹੜੇ ਸੁਜੈਸਟ ਕਰਦੇ ਨੇ, ਪਰ ਇੱਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਾਰਨ ਕੀ ਹੁੰਦੇ ਨੇ। ਡਾਇਗਨੋਸ ਦੇ ਵੱਲ ਵੀ ਜਾਵਾਂਗੇ, ਆਯੁਰਵੈਦਿਕ ਟ੍ਰੀਟਮੈਂਟ ਕੀ ਹੈ ਉਸ ਦੀ ਵੀ ਗੱਲ ਕਰਾਂਗੇ। ਸੋ ਸਭ ਤੋਂ ਪਹਿਲੇ ਸਮਝ ਲੈਂਦੇ ਹਾਂ ਕਿ ਮੁੱਖ ਕਾਰਨ ਕੀ ਹੁੰਦੇ ਨੇ। ਕਾਰਨ ਕੀ ਹੁੰਦੇ ਵੈਦ ਸਾਹਿਬ, ਕਿਉਂ ਹੁੰਦੀ ਹੈ ਚੀਜ਼? ਕਾਰਨ ਕੀ ਹੁੰਦੀ ਹੈ IBS ਦੇ ਵਿੱਚ? ਕਾਰਨ ਦੀ ਆਪਾਂ ਗੱਲ ਕਰੀਏ ਕਿ ਬਹੁਤ ਜ਼ਿਆਦਾ ਆਪਾਂ ਮਿਰਚ ਮਸਾਲੇ ਖਾਣੇ, ਅੱਛਾ, ਆਪਣੇ ਗਲਤ ਹੈਬਿਟਸ ਹੋ ਗਈਆਂ, ਲੌਂਗ ਟਾਈਮ ਸਿਟਿੰਗ ਹੋ ਗਈ ਔਰ ਲੰਬਾ ਟਾਈਮ ਤੱਕ ਬੈਠੇ ਰਹਿਣਾ, ਠੀਕ ਹੈ ਜੀ। ਕੁਝ ਵੀ ਖਾਣੇ ਆਪਾਂ, ਫਾਸਟ ਫੂਡ ਹੋ ਗਿਆ, ਸੌਣ ਤੋਂ ਪਹਿਲਾਂ ਮਤਲਬ ਕਿ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਆਪਾਂ ਮੈਦੇ ਦੀਆਂ ਬਣੀਆਂ ਚੀਜ਼ਾਂ ਲਈ ਜਾਂਦੇ ਪਏ ਆ, ਉਹ ਡਾਈਜੈਸ਼ਨ ਪ੍ਰੋਪਰ ਨਹੀਂ ਹੋ ਰਹੀ, ਉਹ ਸਾਰੇ ਇਹਦੇ ਕਾਰਨ ਆ। ਗਲਤ ਹੈਬਿਟਸ, ਗਲਤ ਲਾਈਫ ਸਟਾਈਲ। ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਮੇਰੇ ਖਿਆਲ ਨਾਲ ਆਪਾਂ ਸਾਰੇ ਇਸੇ ਘੇਰੇ ਦੇ ਵਿੱਚ ਆ ਜਾਂਦੇ ਆ। ਅੱਜ ਦੇ ਲਾਈਫ ਸਟਾਈਲ ਦੀ ਗੱਲ ਕਰੀਏ, ਸੋ ਉਹ ਮੇਨ ਹੁਣ ਇਹੀ ਬਣ ਗਿਆ ਜੋ ਤੁਸੀਂ ਗੱਲਾਂ ਕਹੀਆਂ। ਬਿਲਕੁਲ, ਅੱਜ ਕੱਲ ਦੀ ਸੋਸ਼ਲ ਲਾਈਫ ਦੇ ਵਿੱਚ ਹਰ ਪੇਸ਼ੈਂਟਸ 10 ਦੇ ਵਿੱਚੋਂ 5-6 ਪੇਸ਼ੈਂਟਸ ਨੂੰ ਡੇਲੀ ਕੋਈ ਨਾ ਕੋਈ ਪੇਟ ਦੀ ਪ੍ਰੋਬਲਮ ਆ। ਕੋਈ ਬੰਦਾ ਸਵੇਰੇ ਉੱਠ ਕੇ ਡਾਈਜਿਨ ਲੈ ਕੇ ਚੱਲਿਆ ਹੋਇਆ, ਡਾਈਜਿਨ ਲੈ ਕੇ ਆਪਣੇ ਕੰਮ ਤੇ ਜਾ ਰਿਹਾ ਆ, ਕੋਈ ਕਨਸਟੀਪੇਸ਼ਨ ਦੀ ਰਾਤੀ ਗੋਲੀ ਖਾ ਰਿਹਾ ਆ, ਕੋਈ ਆਪਣੀ ਜੇਬ ਦੇ ਵਿੱਚ ਪਾਕਟ ਦੇ ਵਿੱਚ ਕੋਈ ਨਾ ਕੋਈ ਗੈਸ ਦੀ ਗੋਲੀ ਰੱਖ ਰਿਹਾ ਹੈ ਕਿ ਮੈਨੂੰ ਗੈਸਟ੍ਰਿਕ ਪ੍ਰੋਬਲਮ ਹੈਗੀ ਆ, ਉਹ ਗੈਸ ਦੀ ਗੋਲੀ ਖਾ ਕੇ ਕੰਮ ਤੇ ਜਾ ਰਿਹਾ ਆ। ਬਟ ਆਪਾਂ ਆਪਣਾ ਲਾਈਫ ਸਟਾਈਲ ਨਹੀਂ ਚੇਂਜ ਕਰ ਪਾਉਂਦੇ। ਆਪਾਂ ਇੱਕ ਜੋ ਆਪਣੀ ਦੱਸਿਆ ਆਯੁਰਵੇਦ ਗ੍ਰੰਥਾਂ ਦੇ ਵਿੱਚ ਆਪਾਂ ਪੜ੍ਹ ਤਾਂ ਸਾਰਾ ਕੁਝ ਲੈਂਦੇ ਆ, ਬਟ ਉਹਨੂੰ ਆਪਣੀ ਬੋਡੀ ਤੇ ਰੱਖਦੇ ਨਹੀਂ ਹੈਗੇ ਜੀ। ਸੋ ਇਹ ਜਿਹੜੇ ਰੀਜ਼ਨ ਦੱਸੇ ਨੇ, ਇਸ ਤੋਂ ਇਲਾਵਾ ਵੀ ਅਗਰ ਕੁਝ ਹਟ ਕੇ ਰੀਜ਼ਨ ਹੋਵੇ ਜਾਂ ਫਿਰ ਮੈਂਟਲ ਸਟ੍ਰੈਸ ਵੀ ਕੀ ਇਸ ਦਾ ਰੀਜ਼ਨ ਬਣਦਾ ਹੈ, ਕਿਉਂਕਿ ਅਸੀਂ ਇਹ ਸੁਣਦੇ ਹਾਂ ਕਿ ਮੈਂਟਲ ਸਟ੍ਰੈਸ ਹੋਵੇ ਤਾਂ ਉਹਦੇ ਨਾਲ ਵੀ ਸਟਮਕ ਜਿਹੜਾ ਡਿਸਟਰਬ ਹੁੰਦਾ। ਦੇਖੋ, ਜਿਹੜੇ ਪੇਸ਼ੈਂਟਸ ਦੇ ਵਿੱਚ ਡਿਪਰੈਸ਼ਨ, ਐਂਜ਼ਾਈਟੀ, ਸਟ੍ਰੈਸ ਆ, ਇਹ ਨਹੀਂ ਹੈਗਾ ਕਿ ਉਹਨਾਂ ਨੂੰ IBS ਹੋਵੇ। ਅੱਛਾ, ਮੈਂ ਕਲੀਅਰ ਕਰ ਦਵਾਂ ਇਹ ਕਿ ਨਹੀਂ ਸਟ੍ਰੈਸ, ਡਿਪਰੈਸ਼ਨ, ਐਂਜ਼ਾਈਟੀ ਕਰਕੇ IBS ਨਹੀਂ ਹੋ ਸਕਦਾ। IBS ਕਰਕੇ ਮਤਲਬ ਕਿ ਤੁਹਾਨੂੰ ਸੰਗ੍ਰਹਿਣੀ ਹੈਗੀ ਆ, ਉਹਦੇ ਕਰਕੇ ਤੁਹਾਨੂੰ ਸਟ੍ਰੈਸ, ਡਿਪਰੈਸ਼ਨ, ਐਂਜ਼ਾਈਟੀ ਹੋਏਗੀ। ਰਾਈਟ, ਠੀਕ ਆ। ਉਹ ਕਿਉਂ ਹੋਏਗੀ ਕਿ ਤੁਹਾਨੂੰ ਮੈਂ ਉਹ ਪਹਿਲਾਂ ਵੀ ਦੱਸਿਆ ਕਿ ਡਾਇਰੀਆ ਹੋ ਗਿਆ, ਕਦੀ ਕਨਸਟੀਪੇਸ਼ਨ ਹੋ ਗਿਆ, ਕਦੀ ਪੇਟ 'ਚ ਦਰਦ ਹੋ ਗਿਆ, ਕੁਝ ਵੀ ਖਾਦਾ ਮੋਸ਼ਨ ਜਾਣਾ ਪੈ ਰਿਹਾ, ਉਹਦੇ ਕਰਕੇ ਆ। ਤੁਸੀਂ 1 2 3 4 ਮਹੀਨੇ ਬਾਅਦ ਦੇਖੋਗੇ, ਤੁਸੀਂ ਸੋਚੀ ਜਾਓਗੇ ਕਿ ਯਾਰ ਮੈਨੂੰ ਇਹ ਕੀ ਹੋ ਗਿਆ, ਜਿਹੜੀ ਇਹ ਪ੍ਰੋਬਲਮ ਠੀਕ ਨਹੀਂ ਹੋ ਰਹੀ। ਹੋਰ ਇਸ ਤੋਂ ਇਲਾਵਾ ਕੀ ਆ, ਇੱਕ ਛੋਟੀ ਜਿਹੀ ਗੱਲ ਕਰਦੇ ਆਪਾਂ, ਇੱਕ ਟੀਚਰ ਆ ਕਲਾਸਰੂਮ ਦੇ ਵਿੱਚ ਆ ਜੀ, ਇੱਕ ਮੀਟਿੰਗ ਚੱਲ ਰਹੀ ਤੁਹਾਡੇ ਬੌਸ ਦੇ ਨਾਲ, ਠੀਕ ਆ। ਉਸ ਤੋਂ ਬਾਅਦ ਇੱਕ ਤੁਸੀਂ ਮੈਰਿਜ ਤੇ ਗਏ ਹੋ ਤੇ ਤੁਹਾਨੂੰ ਇਰੀਟੇਟ IBS ਦੀ ਪ੍ਰੋਬਲਮ ਆ, ਸੰਗ੍ਰਹਿਣੀ ਦੀ ਪ੍ਰੋਬਲਮ ਆ। ਤੁਹਾਨੂੰ ਕੀ ਹੋਇਆ, ਉੱਥੇ ਕੁਝ ਖਾਦਾ, ਸਿੰਪਲ ਪਾਣੀ ਪੀਤਾ ਜਾਂ ਕੁਝ ਪੀਤਾ, ਤੇ ਤੁਹਾਨੂੰ ਇੱਕਦਮ ਡਾਇਰੀਆ ਲੱਗ ਗਿਆ। ਤੁਹਾਨੂੰ 2-3 ਵਾਰੀ ਆਪਣੀ ਕਲਾਸ ਛੱਡ ਕੇ ਟਾਇਲਟ ਜਾਣਾ ਪੈ ਗਿਆ, ਤੁਹਾਨੂੰ ਮੀਟਿੰਗ ਛੱਡ ਕੇ ਜਾਣਾ ਪੈ ਗਿਆ। ਤੁਸੀਂ ਕਿਤੇ ਮੈਰਿਜ ਫੰਕਸ਼ਨ ਤੇ ਗਏ ਹੋ ਜਿੱਥੇ ਤੁਸੀਂ ਆਪਣੇ ਫਰੈਂਡ ਸਰਕਲਸ ਦੇ ਨਾਲ ਹੋ, ਉੱਥੇ ਤੁਸੀਂ ਪ੍ਰੋਪਰ ਵੇ ਨਾਲ ਖਾ ਪੀ ਨਹੀਂ ਰਹੇ ਕੁਝ ਵੀ, ਉਹਨੂੰ ਛੱਡ ਕੇ ਫਿਰ ਤੁਸੀਂ ਟਾਇਲਟ ਜਾ ਰਹੇ ਹੋ। ਤੇ ਇੱਕ ਨਾ ਇੱਕ ਇਸ ਚੀਜ਼ਾਂ ਕਰਕੇ ਹੀ ਪੇਸ਼ੈਂਟ ਨੂੰ
ਸਟ੍ਰੈਸ ਡਿਪਰੈਸ਼ਨ ਦੇ ਵਿੱਚ ਜਾਣ ਲੱਗ ਪਿਆ। ਰਾਈਟ, ਸੋ ਇਹ ਵੀ ਇੱਕ ਰੀਜ਼ਨ ਬਣ ਜਾਂਦਾ ਹੈ ਕਿ ਇਸ ਲਈ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਸਮੇਂ ਸਿਰ ਜਿਹੜਾ ਡਾਇਗਨੋਸ ਕਰਵਾਇਆ ਜਾਵੇ। ਹੁਣ ਡਾਇਗਨੋਸ ਕਰਨ ਦੇ ਤਰੀਕੇ ਦੇ ਉੱਤੇ ਆਉਂਦੇ ਆ। ਸੋ ਆਯੁਰਵੇਦ ਦੇ ਵਿੱਚ ਜਦ ਤੁਸੀਂ ਖਾਸ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਸ ਨੂੰ ਡਾਇਗਨੋਸ ਕਰਦੇ ਹੋ, ਔਰ ਡਾਇਗਨੋਸ ਕਰਵਾਉਣਾ ਹੀ ਕਿਉਂ ਜ਼ਰੂਰੀ ਹੁੰਦਾ ਹੈ? ਨੁਸਖੇ ਜਿਹੜੇ ਨੇ ਆਨਲਾਈਨ ਵੀ ਮਿਲਦੇ ਨੇ, ਉਹ ਨੁਸਖਿਆਂ ਦੇ ਨਾਲ ਕਿਵੇਂ ਠੀਕ ਨਹੀਂ ਹੋ ਪਾਉਂਦਾ ਕੋਈ ਪੇਸ਼ੈਂਟ? ਆਨਲਾਈਨ ਨੁਸਖੇ ਦੀ ਗੱਲ ਕਰੀਏ ਤਾਂ ਆਨਲਾਈਨ ਨੁਸਖੇ ਸੈਲਫ ਰੈਮੀਡੀਜ਼ ਬਹੁਤ ਆ, ਬਟ ਹੁਣ ਮੈਂ ਗੱਲ ਕੀਤੀ ਪੇਸ਼ੈਂਟ ਨੂੰ ਤਾਂ ਹੈਗਾ ਡਾਇਰੀਆ, ਤੇ ਆਨਲਾਈਨ ਤੁਸੀਂ ਮੈਡੀਸਨ ਲੈ ਰਹੇ ਹੋ ਕਨਸਟੀਪੇਸ਼ਨ ਦੀ। ਮਤਲਬ ਜਦੋਂ ਤੁਹਾਨੂੰ ਖੁਦ ਨੂੰ ਹੀ ਪਹਿਲਾਂ ਸਮਝ ਨਹੀਂ ਆ ਖੁਦ ਨਹੀਂ ਪਤਾ ਲੱਗੇਗਾ ਕਿ ਇਹ ਮੈਡੀਸਨ ਕਿਸ ਚੀਜ਼ ਦੀ ਆ, ਰਾਈਟ, ਕਿਉਂਕਿ ਤੁਸੀਂ ਸਟੱਡੀ ਨਹੀਂ ਕੀਤੀ ਉਸ ਚੀਜ਼ ਦੀ। ਜੀ। ਹੁਣ ਸੈਕਿੰਡ ਗੱਲ ਕਰੀਏ ਤੇ ਆਪਾਂ ਆਨਲਾਈਨ ਨੁਸਖੇ ਤੋਂ ਬਾਅਦ ਗੱਲ ਕਰੀਏ ਕਿ ਪਹਿਲਾਂ ਤਾਂ ਅਸੀਂ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਉਹਦੀ ਫਿਜ਼ੀਕਲੀ ਆਪਾਂ ਐਗਜ਼ਾਮੀਨੇਸ਼ਨ ਕਰਦੇ ਆ ਪੇਟ ਦੀ, ਸਾਨੂੰ ਉਹ ਤੋਂ ਆਈਡੀਆ ਹੋ ਜਾਂਦਾ ਕਿ ਪੇਸ਼ੈਂਟ ਨੂੰ IBS ਹੈਗੀ ਆ। ਸੈਕਿੰਡ, ਬਹੁਤ ਸਾਰੇ ਮੈਡੀਕਲ ਇੰਸਟਰੂਮੈਂਟਸ ਹੈਗੇ ਆ, ਬਹੁਤ ਜ਼ਿਆਦਾ ਟੈਕਨੋਲੋਜੀ ਅੱਗੇ ਵੱਧ ਚੁੱਕੀ ਆ, ਉਹਦੇ 'ਚ ਅਸੀਂ ਐਂਡੋਸਕੋਪੀ ਕਰਾ ਸਕਦੇ ਹਾਂ, ਕੋਲੋਨੋਸਕੋਪੀ ਕਰਾ ਸਕਦੇ ਹਾਂ, IBS ਤੋਂ ਰਿਲੇਟਡ ਜਿਹੜੀਆਂ ਹੋਰ ਬਿਮਾਰੀਆਂ ਉਹਦਾ ਪਤਾ ਕਰ ਸਕਦੇ ਹਾਂ ਕਿ ਪੇਟ ਦੇ ਵਿੱਚ ਕੋਈ ਅਲਸਰ ਤਾਂ ਨਹੀਂ ਹੈਗਾ ਜਿਹਦੇ ਕਰਕੇ ਪੇਟ 'ਚ ਦਰਦ ਰਹਿ ਰਹੀ ਹੈ। ਜਦੋਂ ਆਪਾਂ ਇਹ ਸਾਰੇ ਡਾਇਗਨੋਸ ਕਰਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ, ਔਰ ਉਸ ਹਿਸਾਬ ਨਾਲ ਉਹਨੂੰ ਆਪਾਂ ਮੈਡੀਸਨ ਦੇਵਾਂਗੇ। ਰਾਈਟ, ਹੁਣ ਸੈਕਿੰਡ ਗੱਲ ਕਰਦੇ ਹਾਂ, ਜਦੋਂ ਪੇਟ 'ਚ ਦਰਦ ਰਹਿੰਦੀ ਆ, ਪੇਟ ਦੇ ਵਿੱਚ ਗੈਸ ਬਣੀ ਰਹਿੰਦੀ ਆ, ਪੇਟ ਖਾਣਾ ਖਾਣ ਤੋਂ ਬਾਅਦ ਪੇਟ ਫੁੱਲ ਜਾਂਦਾ ਆ, ਜਾਂ ਤੁਹਾਨੂੰ ਡਾਇਰੀਆ ਰਹਿੰਦਾ ਆ, ਜਾਂ ਤੁਹਾਨੂੰ ਕਨਸਟੀਪੇਸ਼ਨ ਰਹਿੰਦੀ ਆ, ਇਹ ਕੋਈ ਪੇਟ ਦਾ ਮਜ਼ਾਕ ਨਹੀਂ ਹੈਗਾ। ਠੀਕ ਆ, ਇਹਨੂੰ ਸੀਰੀਅਸ ਹੋ ਕੇ ਦੇਖਣਾ ਪੈਂਦਾ, ਕਿਉਂਕਿ ਕੀ ਹੁੰਦਾ 2 3 4 ਸਾਲਾਂ ਬਾਅਦ ਸਰੀਰ ਸੁੱਕਣ ਲੱਗ ਪੈਂਦਾ, ਕਿਉਂਕਿ ਜਿਹੜੇ ਨਿਊਟ੍ਰੀਐਂਟਸ ਸਾਡੇ ਬੋਡੀ ਨੂੰ ਚਾਹੀਦੇ ਆ, ਜੋ ਅਸੀਂ ਖਾਣਾ ਪੀਣਾ ਖਾਂਦੇ ਆ, ਉਹ ਸਾਡੇ ਬੋਡੀ ਦੇ ਵਿੱਚ ਆਉਂਦੇ ਨਹੀਂ। ਜੋ ਸਾਨੂੰ ਪ੍ਰੋਟੀਨ ਚਾਹੀਦੇ, ਕਾਰਬਸ ਚਾਹੀਦੇ ਆ, ਜੋ ਸਾਡੀ ਅਸੀਂ ਅੰਨ ਖਾਂਦੇ ਆ ਉਹਦੇ ਲਈ ਜੋ એનર્ਜੀ ਚਾਹੀਦੀ ਆ, ਉਹ ਸਾਰੀ ਇਮੋਸ਼ਨ ਦੇ ਨਾਲ ਹੀ ਬਾਹਰ ਜਾ ਰਹੀ ਹੈ। ਹੋਰ ਤੁਹਾਡਾ ਸਰੀਰ ਸੁੱਕਣ ਲੱਗ ਪੈਂਦਾ, weight ਘਟਣ ਲੱਗ ਪੈਂਦਾ, ਹੋਰ ਡਿਪਰੈਸ਼ਨ ਕਰਕੇ ਤੁਹਾਨੂੰ ਪ੍ਰੋਬਲਮ ਆਉਣ ਲੱਗ ਪੈਂਦੀ ਆ, ਤੁਸੀਂ ਐਂਟੀ ਡਿਪਰੈਸੈਂਟ ਖਾਣ ਲੱਗ ਪੈਂਦੇ ਆ। ਉਹ ਚੀਜ਼ਾਂ ਨੂੰ ਆਪਾਂ ਇਗਨੋਰ ਕਰਕੇ ਇੱਕ ਪ੍ਰੋਪਰ ਟ੍ਰੀਟਮੈਂਟ ਲੈ ਕੇ ਹੀ ਆਪਾਂ IBS ਤੋਂ ਛੁਟਕਾਰਾ ਪਾ ਸਕਦੇ। ਮਤਲਬ ਜੜ ਹੈਗੀ ਹੈ ਕਿ ਤੁਹਾਡਾ ਡਾਈਜੈਸ਼ਨ ਪ੍ਰੋਪਰ ਨਹੀਂ ਹੈ ਜਾਂ ਤੁਹਾਨੂੰ IBS ਦੀ ਪ੍ਰੋਬਲਮ ਹੈ, ਪਰ ਉਸ ਦੇ ਨਾਲ ਕਈ ਹੋਰ ਦਿੱਕਤਾਂ ਜਿਹੜੀਆਂ ਨੇ ਉਹ ਜੁੜਨੀਆਂ ਸ਼ੁਰੂ ਹੋ ਜਾਂਦੀਆਂ। ਵੈਸੇ ਇਹ ਗੱਲ ਤਾਂ ਕਲੀਅਰ ਹੈ, ਬਹੁਤ ਸਾਰੇ ਦਰਸ਼ਕ ਵੀ ਇਹ ਜਾਣਦੇ ਹੋਣਗੇ ਕਿ ਜਿਹੜੀ ਬਹੁਤ ਸਾਰੀ ਬਿਮਾਰੀਆਂ ਦਾ ਘਰ ਹੈ ਜਿਹੜਾ ਉਹ ਪੇਟ ਹੀ ਹੁੰਦਾ। ਜੇ ਪੇਟ ਸਹੀ ਨਹੀਂ ਹੈ, ਸਟਮਕ ਸਹੀ ਨਹੀਂ ਹੈ, ਔਰ ਉਸ ਦੇ ਨਾਲ ਤੁਹਾਡੀ ਇੰਟੈਸਟਾਈਨ ਜਿਹੜੀ ਹੈ ਅਗਰ ਉਹਦੇ ਵਿੱਚ ਟੌਕਸਿਕਸ ਨੇ, ਤੇ ਉਹਦੇ ਨਾਲ ਫਿਰ ਤੁਸੀਂ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਹੁੰਦੇ ਰਹੋਗੇ। ਸੋ ਵੈਦ ਸਾਹਿਬ, ਕਿਸ ਤਰੀਕੇ ਦੇ ਨਾਲ ਫਿਰ ਅੱਗੇ ਡਾਇਗਨੋਸ ਜਿਹੜਾ ਹੈ ਉਹ ਚੱਲਦਾ ਹੈ? ਕਿਵੇਂ ਦੇ ਟੈਸਟ ਹੁੰਦੇ ਨੇ, ਜਾਂ ਕਿੰਨਾ ਲੰਬਾ ਇਹਦਾ ਟ੍ਰੀਟਮੈਂਟ ਜਿਹੜਾ ਚੱਲਦਾ? ਇਹਦੇ ਵਿੱਚ ਟੈਸਟ ਮੈਂ ਪਹਿਲਾਂ ਦੱਸਤੇ, IBS ਦਾ ਐਜ਼ ਇਟ ਇਜ਼ ਕੋਈ ਟੈਸਟ ਨਹੀਂ ਹੁੰਦਾ, ਇਹਦਾ ਪਹਿਚਾਨ ਕੀਤੀ ਜਾਂਦੀ ਆ। ਪੇਸ਼ੈਂਟ ਦੀ ਐਗਜ਼ਾਮੀਨੇਸ਼ਨ, ਪੇਸ਼ੈਂਟ ਦੀ ਹਿਸਟਰੀ ਕਰਕੇ ਪਹਿਚਾਨ ਕਰਦੇ ਆ। ਇਹ ਤੋਂ ਇਲਾਵਾ ਕੋਈ ਪ੍ਰੋਬਲਮ ਨਾ ਹੋਵੇ। ਹੁਣ ਪੇਸ਼ੈਂਟ ਸਾਡੇ ਕੋਲ ਆਇਆ, ਪੇਟ 'ਚ ਦਰਦ ਰਹਿੰਦਾ, ਅਸੀਂ ਉਹਦੀ ਐਂਡੋਸਕੋਪੀ ਵੀ ਕਰਾ ਲੈਂਦੇ, ਕੋਲੋਨੋਸਕੋਪੀ ਕਰਵਾਉਂਦੇ ਆ, ਅਸੀਂ ਇਹ ਦੇਖ ਲੈਂਦੇ ਕਿ ਦਰਦ IBS ਕਰਕੇ ਹੈ ਜਾਂ ਫਿਰ ਦਰਦ ਦਾ ਕਾਰਨ ਕੋਈ ਪੇਟ 'ਚ ਅਲਸਰ ਨਾ ਹੋਵੇ ਜਾਂ ਕੋਈ ਹੋਰ ਕਾਰਨ ਨਾ ਹੋਵੇ। ਡਾਇਗਨੋਸਟਿਕ ਟੂਲਸ ਇਸ ਹਿਸਾਬ ਨਾਲ ਬਣੇ ਹੋਏ ਆ ਜਿਹੜੇ ਅਸੀਂ ਪਹਿਚਾਨ ਲੈਂਦੇ ਆ। ਹੋਰ ਇਸ ਤੋਂ ਇਲਾਵਾ ਅਸੀਂ ਇੱਕ ਗੱਲ ਕਰੀਏ ਕਿ ਡਾਇਗਨੋਸ ਟੂਲਸ ਹੋਰ ਕੀ ਹੋ ਸਕਦੇ ਆ, ਪੇਸ਼ੈਂਟ ਦੀ ਹਿਸਟਰੀ ਲੈ ਕੇ, ਪੇਸ਼ੈਂਟ ਦੀ ਲਾਈਫ ਸਟਾਈਲ ਦੇਖ ਕੇ ਅਸੀਂ ਦੱਸ ਦਿੰਦੇ ਕਿ ਪੇਸ਼ੈਂਟ ਨੂੰ ਸੰਗ੍ਰਹਿਣੀ ਰੋਗ ਹੋ ਰਿਹਾ ਆ। ਓਕੇ, ਠੀਕ ਆ। ਉਸ ਤੋਂ ਇਲਾਵਾ ਅਸੀਂ ਪੇਸ਼ੈਂਟ ਸਾਡੇ ਕੋਲ ਆਂਦਾ, ਉਹ ਕਹਿੰਦਾ ਮੈਨੂੰ ਕਾਫੀ ਲੰਬੇ ਟਾਈਮ ਤੋਂ ਕਬਜ਼ ਵੀ ਸੀ, ਕਾਫੀ ਲੰਬੇ ਟਾਈਮ ਤੋਂ ਮੈਨੂੰ ਲੂਜ਼ ਮੋਸ਼ਨ ਲੱਗ ਰਿਹਾ, 2 ਦਿਨ ਮੈਨੂੰ ਕਬਜ਼ ਰਹਿੰਦੀ ਆ, 2 ਦਿਨ ਮੈਨੂੰ ਲੂਜ਼ ਮੋਸ਼ਨ ਰਹਿੰਦੇ ਆ, 2 ਦਿਨ ਜਦੋਂ ਕਨਸਟੀਪੇਸ਼ਨ ਤੇ ਲੂਜ਼ ਮੋਸ਼ਨ ਰਹਿੰਦੇ, ਪੇਟ ਦੇ ਵਿੱਚ ਮਰੋੜ ਬਹੁਤ ਜ਼ਿਆਦਾ ਪੈਂਦੇ ਆ। ਹੋਰ ਇਹ ਤਾਂ ਆਪਾਂ IBS ਦੇ ਸਿੰਪਟਮਸ ਦੇ ਵਿੱਚ ਹੀ ਦੇਖਿਆ ਕਿ ਇਹ ਤਾਂ ਪ੍ਰੋਬਲਮਸ ਪੈਂਦੀਆਂ ਤੇ ਅਸੀਂ ਪੇਸ਼ੈਂਟ ਨੂੰ ਦੱਸਦੇ ਕਿ ਤੁਸੀਂ IBS ਦਾ ਟ੍ਰੀਟਮੈਂਟ ਲਓ। ਕੁੱਲ ਟੋਟਲ ਆਯੁਰਵੈਦਿਕ ਟ੍ਰੀਟਮੈਂਟ ਦੇ ਵਿੱਚ 4 ਤੋਂ 6 ਮਹੀਨੇ ਦੇ ਵਿੱਚ ਇਹ ਬਿਮਾਰੀ ਕਵਰ ਹੋ ਜਾਂਦੀ ਹੈ। ਅੱਛਾ, ਤੇ ਇਹ ਡਿਪੈਂਡ ਕਰਦਾ ਹੈ ਕਿ ਕਿੰਨੀ ਕੰਡੀਸ਼ਨ ਮਾੜੀ ਹੈ, ਉਸ ਦੇ ਹਿਸਾਬ ਨਾਲ 3-4 ਮਹੀਨੇ, ਜਾਂ ਫਿਰ ਇਹ ਦੇਖੋ ਮਾਈਲਡ ਟੂ ਮੋਡਰੇਟ ਚੱਲਦੇ ਆ ਆਪਾਂ ਇਹਦੇ 'ਚ। ਮਾਈਲਡ 'ਚ ਕੀ ਆ, ਤੁਹਾਨੂੰ ਪ੍ਰੋਬਲਮ ਹੋਈ ਆ, ਗੈਸ ਬਣੀ ਆ ਜਾਂ ਕਨਸਟੀਪੇਸ਼ਨ ਰਹੀ ਆ, ਤੁਸੀਂ ਨਾਰਮਲ ਆਪਣਾ ਡਾਈਟ ਚੇਂਜ ਕਰਤੀ ਰਾਤ ਦੀ, ਤੁਸੀਂ ਖਾਣਾ ਛੱਡ ਕੇ ਫਾਈਬਰ ਰਿਚ ਫੂਡ ਲੈਣ ਲੱਗ ਪਏ, ਪਾਣੀ ਜ਼ਿਆਦਾ ਪੀਣ ਲੱਗ ਪਏ, ਤੁਹਾਡੀ ਪੇਟ ਦੀ ਗੈਸ ਦੀ ਪ੍ਰੋਬਲਮ ਸਹੀ ਹੋਈ, ਦਰਦ ਵਗੈਰਾ ਠੀਕ ਹੋਈ, ਤੁਸੀਂ ਹੈਲਦੀ ਫੂਡ ਖਾਣ ਲੱਗ ਪਏ, ਤੁਸੀਂ ਮਿਰਚ ਮਸਾਲੇ ਛੱਡ ਦਿੱਤੇ, ਤੁਸੀਂ ਫਾਸਟ ਫੂਡ ਛੱਡ ਦਿੱਤਾ, ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਆਪਣੀ ਪ੍ਰੋਬਲਮ ਠੀਕ ਕਰ ਲਈ। ਸੋ ਇਹ ਡੂ ਔਰ ਡੋਂਟਸ ਹੋ ਗਏ। ਮੋਡਰੇਟ 'ਚ ਕੀ ਆ, ਤੁਸੀਂ ਲਾਈਫ ਸਟਾਈਲ ਵੀ ਨਹੀਂ ਚੇਂਜ ਕਰ ਰਹੇ, ਬਟ ਤੁਸੀਂ ਖਾਣਾ ਪੀਣਾ ਠੀਕ ਕਰ ਲਿਆ, ਤਾਂ ਤੁਹਾਨੂੰ ਕਦੀ ਮੈਡੀਸਨ ਦੀ ਲੋੜ ਪੈ ਰਹੀ ਹੈ। ਕ੍ਰੋਨਿਕ 'ਚ ਕੀ ਆ, ਕਿ ਤੁਹਾਨੂੰ ਡੇਲੀ ਦਰਦ ਦੀ ਗੋਲੀ ਵੀ ਖਾਣੀ ਪੈ ਰਹੀ ਹੈ, ਤੁਹਾਨੂੰ ਡਾਇਰੀਆ ਰੋਕਣ ਤੋਂ ਵੀ ਮੈਡੀਸਨ ਖਾਣੀ ਪੈ ਰਹੀ ਹੈ। ਹੋਰ ਜੇ ਕਿਤੇ ਤੁਹਾਨੂੰ ਕਨਸਟੀਪੇਸ਼ਨ ਹੋ ਰਹੀ ਹੈ ਤਾਂ ਤੁਸੀਂ ਉਹਦੇ ਲਈ ਵੀ ਮੈਡੀਸਨ ਲੈ ਰਹੇ ਹੋ। ਔਰ ਕਨਸਟੀਪੇਸ਼ਨ ਦੀਆਂ ਮੈਡੀਸਿਨਸ ਖਾਣ ਦੇ ਨਾਲ
ਤੁਹਾਡੀ ਲਾਈਨਿੰਗ ਖਰਾਬ ਹੋ ਰਹੀ ਹੈ ਔਰ ਉਹਦਾ ਟ੍ਰੀਟਮੈਂਟ ਵਰਸ ਹੋ ਜਾਂਦਾ, ਥੋੜਾ ਟਾਈਮ ਲੱਗਦਾ ਸਹੀ ਹੋਣ ਨੂੰ। ਉਹ ਫਿਰ ਇੱਕ ਨਵੀਂ ਤੁਹਾਡੇ ਲਈ ਕਹਿ ਲਓ ਕਿ ਤੁਸੀਂ ਆਪਣੇ ਆਪ 'ਚ ਨਵੀਂ ਬਿਮਾਰੀ ਪੈਦਾ ਕਰ ਰਹੇ ਹੋ, ਨਵੀਂ ਬਿਮਾਰੀ ਪੈਦਾ ਕਰ ਰਹੇ ਹੋ। ਸੋ ਕਿੰਨਾ ਜ਼ਿਆਦਾ ਜਿਹੜਾ ਹੈ ਥ੍ਰੈਟਨਿੰਗ ਬਣ ਜਾਂਦਾ ਜਿਸ ਟਾਈਮ ਤੁਸੀਂ ਖੁਦ ਆਪਣੇ ਵੱਲੋਂ ਟਰਾਈ ਕਰਦੇ ਹੋ। ਇਸ ਲਈ ਜ਼ਰੂਰੀ ਹੈ ਕਿ ਇੱਕ ਵੈਦ ਕੋਲੇ ਜਾ ਕੇ ਉਸਦਾ ਜਿਹੜਾ ਪ੍ਰੋਪਰ ਡਾਇਗਨੋਸ ਕਰਵਾ ਕੇ ਹੀ ਜਿਹੜਾ ਆਯੁਰਵੈਦਿਕ ਟ੍ਰੀਟਮੈਂਟ ਜਿਹੜਾ ਲਿਆ ਜਾਵੇ। ਸੋ ਆਯੁਰਵੈਦਿਕ ਟ੍ਰੀਟਮੈਂਟ ਇਟਸ ਨਾਟ ਕਿ ਤੁਸੀਂ ਸਿਰਫ ਨੁਸਖੇ ਲਏ ਤੇ ਉਹਨੂੰ ਅਪਲਾਈ ਕਰ ਲਿਆ। ਸਹੀ ਕਹਿ ਰਹੇ ਵੈਸੇ? ਬਿਲਕੁਲ ਸਰ, ਆਯੁਰਵੈਦਿਕ ਪੈਥੀ ਇਦਾਂ ਦੀ ਚੀਜ਼ ਆ ਜੇ ਤੁਸੀਂ ਇੱਕ ਡਾਇਗਨੋਸ ਆਯੁਰਵੈਦਿਕ ਹਿਸਾਬ ਨਾਲ ਕਰਵਾ ਕੇ ਉਹਦਾ ਟ੍ਰੀਟਮੈਂਟ ਲਓਗੇ ਹੋਰ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਤੁਹਾਨੂੰ ਰਿਜ਼ਲਟ ਦੇਗੀ ਜੀ, ਕਿਉਂਕਿ ਇਹ ਸਾਡੇ ਰਿਸ਼ੀ ਮੁਨੀਆਂ ਦੀ ਕਾਢ ਆ ਹੋਰ ਇਹਦਾ ਕੋਈ ਸਾਈਡ ਇਫੈਕਟ ਨਹੀਂ। ਹਲਦੀ ਆਪਾਂ ਇੰਨੀ ਦੇਰ ਤੋਂ ਖਾਂਦੇ ਪਏ ਹਾਂ, ਸਾਨੂੰ ਕਦੀ ਸਾਈਡ ਇਫੈਕਟਸ ਨਹੀਂ ਆਇਆ। ਨਵੇਂ ਮੋਲੀਕੂਲ ਮਾਰਕੀਟ 'ਚ ਆਉਂਦੇ ਆ, 4-5 ਸਾਲਾਂ ਬਾਅਦ ਸਾਨੂੰ ਡਿਪੈਂਡੈਂਟ ਹੋ ਜਾਂਦੇ ਆ, ਨਵਾਂ ਮੋਲੀਕੂਲ ਫੇਰ ਮਾਰਕੀਟ 'ਚ ਆ ਜਾਂਦਾ। ਇੱਕ ਆਯੁਰਵੈਦਿਕ ਆ, ਕਰੋਨਾ ਦੇ ਟਾਈਮ ਦੇ ਵਿੱਚ, ਕੋਵਿਡ ਦੇ ਟਾਈਮ ਦੇ ਵਿੱਚ ਆਯੂਸ਼ ਮੰਤਰਾਲੇ ਨੇ ਆਯੂਸ਼ ਕਾੜਾ ਕੱਢਿਆ, ਕਿੰਨੇ ਲੋਕਾਂ ਦੀ ਜਾਨ ਬਚਾਈ। ਇਮਿਊਨਿਟੀ ਬੂਸਟਰ ਆ ਆਯੁਰਵੇਦ। ਆਯੁਰਵੇਦ ਤਾਂ ਇੱਕ ਸਾਡਾ ਗਹਿਣਾ ਆ ਜਿਹੜਾ ਆਪਾਂ ਨੂੰ ਅਡਾਪਟ ਕਰਨਾ ਚਾਹੀਦਾ। ਸਾਡੀ ਰਸੋਈ ਇੱਕ ਆਯੁਰਵੇਦ ਆ ਜੀ, ਕਈ ਚੀਜ਼ਾਂ ਤਾਂ ਆਯੁਰਵੇਦ ਦੀਆਂ ਉੱਥੋਂ ਹੀ ਠੀਕ ਹੋ ਜਾਂਦੀਆਂ। ਇਹੀ ਚੀਜ਼ਾਂ ਨੂੰ ਆਪਾਂ ਪੇਸ਼ੈਂਟਸ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਆਪਣਾ ਆਯੁਰਵੈਦਿਕ ਟ੍ਰੀਟਮੈਂਟ ਲਓ, ਬਟ ਪਹਿਲਾਂ ਆਪਣੀ ਬਿਮਾਰੀ ਸਮਝੋ, ਤੁਹਾਨੂੰ ਬਿਮਾਰੀ ਕੀ ਆ। ਸੈਲਫ ਟ੍ਰੀਟਮੈਂਟ ਤੇ ਹੋਮ ਰੈਮੇਡੀਜ਼ ਤੋਂ ਬਚੋ, ਉਹ ਟ੍ਰੀਟਮੈਂਟ ਲਓ ਜਿਹੜਾ ਤੁਹਾਨੂੰ ਜ਼ਰੂਰੀ ਹੈ। ਪਰ ਵੈਦ ਸਾਹਿਬ ਕੀ ਥੋੜਾ ਬਹੁਤ ਆਪਣੇ ਆਪ ਨੂੰ ਰਾਹਤ ਦੇਣ ਦੇ ਲਈ ਹੋਮ ਰੈਮੇਡੀਜ਼ ਵਰਕ ਕਰਦੀਆਂ ਨੇ? ਬਿਲਕੁਲ ਕਰਦੀਆਂ ਆ। ਹੋਮ ਰੈਮੇਡੀਜ਼ ਜਿੱਦਾਂ ਪੇਟ ਦੇ ਵਿੱਚ ਦਰਦ ਰਹਿੰਦੀ ਆ ਤੇ ਤੁਸੀਂ ਸੌਂਫ, ਜਵੈਨ ਕੋਸੇ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ, ਉਹ 'ਚ ਆਰਾਮ ਆਏਗਾ, ਠੀਕ ਆ। ਬਟ ਵਰਸ ਸਿਚੁਏਸ਼ਨ ਨਾ ਹੋਵੇ, ਜ਼ਿਆਦਾ ਪ੍ਰੋਬਲਮ ਆਏਗੀ, ਹੋਮ ਰੈਮੇਡੀਜ਼ ਜਲਦੀ ਕੰਮ ਨਹੀਂ ਕਰਦੀਆਂ। ਹੋਮ ਰੈਮੇਡੀਜ਼ ਦੇ ਵਿੱਚ ਹੈ ਕਿ ਜਦੋਂ ਤੁਹਾਨੂੰ ਪ੍ਰੋਬਲਮ ਸਟਾਰਟ ਹੋ ਗਈ, ਤੁਸੀਂ ਆਪਣਾ ਉਸ ਟਾਈਮ ਤੇ ਆਪਣੀ ਬੋਡੀ ਦਾ ਖਿਆਲ ਰੱਖੋ, ਆਪਣਾ ਲਾਈਫ ਸਟਾਈਲ ਚੇਂਜ ਕਰੋ, ਉਸ ਟਾਈਮ ਤੇ ਡਾਕਟਰ ਦੀ ਸਿੰਪਲ ਸਲਾਹ ਲੈ ਕੇ ਤੁਸੀਂ ਆਪਣੀ ਪ੍ਰੋਬਲਮ ਉਸ ਟਾਈਮ ਤੇ ਹੀ ਸਹੀ ਕਰੋ। ਇੱਕ ਤਰ੍ਹਾਂ ਦੇ ਨਾਲ ਤੁਸੀਂ ਫਸਟ ਏਡ ਕਹਿ ਸਕਦੇ ਹੋ ਕਿ ਤੁਸੀਂ ਹੋਮ ਰੈਮੇਡੀਜ਼ ਦੇ ਨਾਲ ਕਰ ਸਕਦੇ ਹੋ, ਬਟ ਜਦੋਂ ਪ੍ਰੋਬਲਮ ਵੱਧ ਜਾਂਦੀ ਹੈ, ਇੱਕ ਬਿਮਾਰੀ ਬਣ ਜਾਂਦੀ ਹੈ, ਉਦੋਂ ਡਾਇਗਨੋਸ ਕਰਵਾਉਣਾ ਹੀ ਜ਼ਰੂਰੀ ਹੈ। ਇਸ ਲਈ ਤੁਸੀਂ ਵੈਦ ਸਾਹਿਬ ਨੂੰ ਮਿਲ ਸਕਦੇ ਹੋ। ਸੋ ਵੈਦ ਸਾਹਿਬ, ਇਹ ਤੇ ਗੱਲ ਹੋ ਗਈ ਕਿ ਅਸੀਂ ਡਾਇਗਨੋਸ ਵੀ ਦੱਸਤਾ, ਟ੍ਰੀਟਮੈਂਟ ਵੀ ਦੱਸਤਾ, ਸਾਰੀ ਚੀਜ਼ਾਂ ਹੋਈਆਂ, ਪਰ ਕੀ ਇਹ ਜਿਹੜੀ ਪ੍ਰੋਬਲਮ ਹੈ ਇਹ ਲਾਈਫ ਥ੍ਰੈਟਨਿੰਗ ਵੀ ਬਣ ਜਾਂਦੀ ਹੈ? ਦੇਖੋ, ਲਾਈਫ ਥ੍ਰੈਟਨਿੰਗ ਨਹੀਂ ਆਪਾਂ ਕਹਿ ਸਕਦੇ ਬਣ ਜਾਂਦੀ ਆ, ਬਟ ਇਹ ਹੈ ਕਿ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਡਾਇਰੀਆ ਦੀ ਪ੍ਰੋਬਲਮ ਆ ਜਾਏਗੀ ਤਾਂ ਬੋਡੀ 'ਚ ਵੀਕਨੈਸ ਆਏਗੀ। ਵੀਕਨੈਸ ਬਹੁਤ ਹੈ, ਬੋਡੀ 'ਚ ਵੀਕਨੈਸ ਆਏਗੀ, ਤੁਸੀਂ ਆਪਣੇ ਘਰੋਂ ਨਿਕਲ ਨਹੀਂ ਸਕਦੇ। ਹੁਣ ਸਮਝੋ ਤੁਹਾਨੂੰ 5-6 ਵਾਰੀ 6 ਵਾਰੀ 10 ਵਾਰੀ ਟਾਇਲਟ ਯੂਜ਼ ਕਰਨੀ ਪਈ ਤੇ ਤੁਸੀਂ ਕੀ ਕਰ ਸਕਦੇ? ਆਪਣਾ ਵਰਕ ਨਹੀਂ ਪ੍ਰੋਪਰ ਕਰ ਸਕਦੇ। ਲਾਈਫ ਥ੍ਰੈਟਨਿੰਗ ਨਹੀਂ ਹੈਗੀ, ਤੁਹਾਡੀ ਸੋਸ਼ਲ ਲਾਈਫ ਖਤਮ ਕਰ ਦੇਗੀ। ਔਰ ਜੇ ਬਹੁਤ ਲੰਬੇ ਟਾਈਮ ਤੱਕ ਤੁਸੀਂ ਇਸ ਦੇ ਨਾਲ ਜੂਝਦੇ ਰਹਿੰਦੇ ਹੋ ਤਾਂ ਤੁਸੀਂ ਬਹੁਤ ਵੀਕ ਪੈ ਜਾਓਗੇ। ਕਮਜ਼ੋਰੀ ਇੰਨੀ ਜ਼ਿਆਦਾ ਮਹਿਸੂਸ ਹੋ ਜਾਏਗੀ, ਤੁਸੀਂ ਹਰ ਟਾਈਮ ਇਹ ਸੋਚੋਗੇ ਮੈਂ ਆਲਸ ਦੀ ਇੰਨੀ ਜ਼ਿਆਦਾ ਹੋ ਜਾਏਗੀ, ਬੈੱਡ ਤੇ ਸੁੱਤਾ ਰਵਾਂ, ਵੀਕਨੈਸ ਆ ਜਾਏਗੀ, ਉੱਠ ਕੇ 10 ਕਦਮ ਚੱਲਣਾ ਔਖਾ ਹੋ ਜਾਏਗਾ। ਇਹੀ ਚੀਜ਼ਾਂ ਨੂੰ ਦੱਸਣ ਲਈ ਅਸੀਂ ਅੱਜ ਇਹ ਪ੍ਰੋਜੈਕਟ ਕਰ ਰਹੇ ਹਾਂ ਕਿ ਪੇਸ਼ੈਂਟ ਨੂੰ ਦੱਸੀਏ ਕਿ ਤੁਹਾਡੀ ਪ੍ਰੋਬਲਮ ਕੀ ਹੈ ਔਰ ਕਿੱਦਾਂ ਤੁਸੀਂ ਟ੍ਰੀਟਮੈਂਟ ਲੈਣਾ। ਸੋ ਅਸੀਂ ਬਹੁਤ ਕਿਹਾ ਕਿ ਆਨਲਾਈਨ ਜਿਹੜੀ ਜਾਣਕਾਰੀ ਹੁੰਦੀ ਹੈ ਉਸ ਦੇ ਉੱਤੇ ਇੰਨਾ ਜ਼ਿਆਦਾ ਤੁਸੀਂ ਰਿਲਾਈ ਕਰਕੇ ਖੁਦ ਨਾ ਆਪਣਾ ਜਿਹੜਾ ਟ੍ਰੀਟਮੈਂਟ ਕਰਨਾ ਸ਼ੁਰੂ ਕਰ ਦਿਓ। ਸੋ ਸਾਡਾ ਇਹ ਪ੍ਰੋਗਰਾਮ ਵੀ ਤੁਸੀਂ ਆਨਲਾਈਨ ਦੇਖ ਰਹੇ ਹੋਵੋਗੇ। ਸੋ ਵੈਦ ਸਾਹਿਬ, ਮੈਂ ਚਾਹਾਂਗਾ ਕਿ ਤੁਸੀਂ ਥੋੜਾ ਦੱਸੋ ਇਸ ਚੀਜ਼ ਦੇ ਬਾਰੇ ਵੀ ਕਿ ਜਿਹੜਾ ਵਰਮਾ ਆਯੁਰਵੈਦਿਕ ਸਾਡਾ ਸੈਂਟਰ ਹੈਗਾ, ਇਹ ਕਿੰਨੇ ਸਾਲਾਂ ਦਾ ਤਜਰਬਾ ਜਿਹੜਾ ਹੈ ਉਹ ਇਸ ਇੰਟਰਵਿਊ ਦੇ ਵਿੱਚ ਤੁਸੀਂ ਮਤਲਬ ਉਹ ਇੱਥੇ ਦਰਸ਼ਕਾਂ ਦੇ ਸਾਹਮਣੇ ਰੱਖ ਰਹੇ ਹੋ। ਇਸ ਲਈ ਇਹ ਟਰਸਟ ਜਿਹੜਾ ਹੈ ਉਹ ਟਰਸਟ ਕੀ ਚੀਜ਼ ਹੈ? ਜਿਹੜਾ ਵਰਮਾ ਆਯੁਰਵੇਦ ਆ, ਇਹ ਪਿਛਲੇ 35 ਸਾਲ ਤੋਂ ਫਗਵਾੜਾ ਦੇ ਵਿੱਚ ਇਸੇ ਜਗ੍ਹਾ ਤੇ ਜਿੱਥੇ ਤੁਸੀਂ ਬਣਾ ਰਹੇ ਹੋ ਆਪਾਂ ਸ਼ੂਟਿੰਗ ਕਰ ਰਹੇ ਆ ਜਾਂ ਕਹਿ ਲਈਏ ਕਿ ਪ੍ਰੋਗਰਾਮ ਇਹ ਤੇ ਮੈਂ ਵੀ ਦੱਸ ਸਕਦਾ ਸੀ, ਪਰ ਮੈਂ ਉਹੀ ਚਾਹਿਆ ਕਿ ਤੁਹਾਡੇ ਇਹ 35 ਸਾਲ ਤੋਂ ਲਗਾਤਾਰ ਚੱਲ ਰਿਹਾ। ਜਿਹੜੇ ਸਾਡੇ ਫਾਦਰ ਸਾਹਿਬ ਨੇ ਸਟਾਰਟ ਕੀਤਾ ਸੀ, ਉਹਨਾਂ ਦੀ ਮਿਹਨਤ ਦੇ ਨਾਲ ਅਸੀਂ BMS ਡਿਗਰੀ ਕੀਤੀ। BMS ਡਿਗਰੀ ਦੇ ਨਾਲ ਮੇਰੀ ਵਾਈਫ ਵੀ ਡਾਕਟਰ ਆ, ਡਾਕਟਰ ਵੀਨੂ ਵਰਮਾ, ਉਹ ਵੀ BMS ਡਾਕਟਰ ਆ। ਅਸੀਂ ਤਿੰਨੇ ਜਾਣੇ, ਫਾਦਰ ਸਾਹਿਬ, ਮੇਰੀ ਵਾਈਫ ਤੇ ਮੈਂ, ਅਸੀਂ ਇਹ ਕਲੀਨਿਕ ਚਲਾ ਰਹੇ ਹਾਂ। ਮਲਟੀ ਸਪੈਸ਼ਲਿਟੀ ਆਯੁਰਵੈਦਿਕ ਕਲੀਨਿਕ ਜਲਦੀ ਅਸੀਂ ਉਹ ਫਗਵਾੜੇ ਓਪਨ ਵੀ ਕਰ ਰਹੇ ਹਾਂ, ਜਿਹਦੇ 'ਚ ਅਸੀਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੇ ਨਾਲ ਹੀ ਕਰਾਂਗੇ। ਜਲਦੀ ਪੰਚਕਰਮਾ ਸੈਂਟਰ ਵੀ ਓਪਨ ਕਰਾਂਗੇ। ਹੋਰ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਬੈਠੇ ਮੈਡੀਸਨਸ ਬਾਹਰ ਭੇਜੀ ਦੀਆਂ। ਜਿਹੜੇ ਪੇਸ਼ੈਂਟਸ ਬਾਹਰ ਬੈਠੇ ਆ ਨਹੀਂ ਸਕਦੇ, ਉਹ ਵੀਡੀਓ ਕੰਸਲਟੇਸ਼ਨ ਦੇ ਰਾਹੀਂ ਸਾਡੇ ਨਾਲ ਗੱਲ ਕਰ ਸਕਦੇ ਆ। ਅਸੀਂ ਉਹਨਾਂ ਦੀ ਬਿਮਾਰੀ ਦੇਖਾਂਗੇ, ਜੇ ਕੋਈ ਟੈਸਟ ਦੀ ਲੋੜ ਪਈ ਉਹਨਾਂ ਨੂੰ ਦੱਸਾਂਗੇ ਕਿ ਆਹ ਟੈਸਟ ਕਰਵਾਓ ਤੇ ਅਸੀਂ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਾਂਗੇ ਆਯੁਰਵੈਦਿਕ ਦਵਾਈਆਂ ਦੇ ਨਾਲ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਦੂਸਰੀ ਪੀੜ੍ਹੀ ਜਿਹੜੀ ਹੈ ਉਹ ਫਗਵਾੜਾ ਦੇ ਵਿੱਚ ਅੱਗੇ ਵਧ ਰਹੀ ਹੈ। ਤੇ ਤੁਸੀਂ ਇਹੀ ਕਿਉਂ ਇੱਕ ਸੇਵਾ ਭਾਵ ਦੇ ਨਾਲ ਸੋਚਿਆ ਕਿ ਇੱਕ ਸੇਵਾ ਭਾਵ ਸੋਚਿਆ, ਜਾਂ ਤੁਸੀਂ ਇੱਕ ਕਰੀਅਰ ਵਜੋਂ ਦੇਖਿਆ ਕਿ ਤੁਹਾਡੇ ਫਾਦਰ ਸਾਹਿਬ ਕਰ ਰਹੇ ਸੀਗੇ, ਵੈਦ ਸਾਹਿਬ ਸੀਗੇ, ਤੇ ਤੁਸੀਂ ਵੀ ਅੱਗੇ ਉਹੀ ਫੀਲਡ ਜਿਹੜਾ ਚੂਜ਼ ਕੀਤਾ? ਸੋ ਮਤਲਬ ਕੀ ਤੁਹਾਡੀ ਉਹਦਾ ਰੀਜ਼ਨ ਕੀ ਆ? ਇਹ ਬੜਾ ਇੱਕ ਨਾ ਫਨੀ ਜਿਹਾ ਮੂਮੈਂਟ ਵੀ ਆ ਕਿ ਜਦੋਂ ਅਸੀਂ ਫਸਟ ਟਾਈਮ ਆਯੁਰਵੈਦਿਕ ਪ੍ਰੈਕਟਿਸ ਕਰਨ ਗਏ, ਆਯੁਰਵੈਦਿਕ ਸਟੱਡੀ ਕਰਨ ਗਏ, ਤੇ ਫਸਟ ਡੇ ਫਸਟ ਲੈਕਚਰ ਲੱਗਾ ਸੰਸਕ੍ਰਿਤ ਦਾ। ਅੱਛਾ। ਹੁਣ ਸੰਸਕ੍ਰਿਤ ਅਸੀਂ ਪਿੱਛੇ ਪੜ੍ਹੀ ਨਹੀਂ ਸੀ, ਬਟ ਜਦੋਂ 2-3 ਦਿਨ ਸੰਸਕ੍ਰਿਤ ਦਾ ਲੈਕਚਰ ਅਟੈਂਡ ਕੀਤਾ ਤੇ ਸਾਨੂੰ ਇੱਕ ਸ਼ਰਲੋਕ ਆਇਆ ਮੋਰੇ।
ਸਵਸਤस्य ਸਵਾਸਥ ਰਕਸ਼ਣਮ ਆਤੁਰस्य ਵਿਕਾਰ ਪ੍ਰਸ਼ਰਮ ਚ। ਓਕੇ। ਸਵਸਥ ਵਿਅਕਤੀ ਦੇ ਸਵਾਸਥ ਦੀ ਰੱਖਿਆ ਕਰਨੀ ਹਾਂ। ਤੇ ਜਿਹੜਾ ਬਿਮਾਰ ਆ ਉਹਦਾ ਇਲਾਜ ਕਰਨਾ। ਕੀ ਬਾਤ ਹੈ। ਹੋਰ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਡਾਕਟਰ ਪੇਸ਼ਾ ਇਦਾਂ ਦਾ ਆ ਜਿਹਦੇ 'ਚ ਪੇਸ਼ੈਂਟ ਆਂਦਾ ਆ, ਤੁਹਾਨੂੰ ਪੈਸੇ ਵੀ ਦੇ ਕੇ ਜਾਂਦਾ ਆ, ਤੁਹਾਡੇ ਕੋਲ ਇਲਾਜ ਵੀ ਕਰਵਾਉਂਦਾ ਆ, ਤੁਹਾਨੂੰ ਬਲੇਸਿੰਗਸ ਵੀ ਦੇ ਕੇ ਜਾਂਦਾ ਆ। ਹੋਰ ਇਦਾਂ ਦਾ ਪੇਸ਼ਾ ਤਾਂ ਕੋਈ ਹੋ ਹੀ ਨਹੀਂ ਸਕਦਾ ਜੀ। ਹੋਰ ਪੇਸ਼ੈਂਟਸ ਦੀਆਂ ਦੁਆਵਾਂ ਲਈ ਤੇ ਪੇਸ਼ੈਂਟ ਨੂੰ ਠੀਕ ਕਰਨ ਦੇ ਨਾਲ ਜਿਹੜਾ ਸਾਨੂੰ ਸਕੂਨ ਮਿਲਦਾ, ਉਹ ਮੈਂ ਕਹਿੰਦਾ ਪੈਸੇ ਤੋਂ ਕਦੀ ਵੀ ਨਹੀਂ ਮਿਲ ਸਕਦਾ। ਸੋ ਇਹ ਜਿਹੜਾ ਸਕੂਨ ਹੈ ਉਸ ਦੀ ਤਲਾਸ਼ ਦੇ ਵਿੱਚ ਨੇ ਵੈਦ ਸਾਹਿਬ, ਔਰ ਇਹ ਲਗਾਤਾਰ ਇਹਨਾਂ ਨੂੰ ਮਿਲਦਾ ਵੀ ਰਹਿੰਦਾ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ 35 ਸਾਲਾਂ ਤੋਂ ਤੁਸੀਂ ਦੱਸ ਰਹੇ ਹੋ ਕਿ ਤਜਰਬਾ ਵੀ ਹੈ ਤੇ ਇੱਕ ਆਪਣੀ ਸਾਂਝ ਹੈ ਜਿਹੜੀ ਲੋਕਾਂ ਦੇ ਨਾਲ ਬਣ ਚੁੱਕੀ ਹੈ। ਸੋ ਵੈਦ ਸਾਹਿਬ, ਅਖੀਰ ਦੇ ਵਿੱਚ ਜੇ ਕੋਈ ਐਸੀ ਗੱਲ ਜਿਹੜੀ ਮੈਂ ਨਾ ਤੁਹਾਡੇ ਤੋਂ ਪੁੱਛ ਸਕਿਆ ਹੋਵਾਂ, ਸੋ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਮੈਂ IBS ਦੇ ਵਿੱਚ 2-3 ਗੱਲਾਂ ਉਹ ਦੱਸੂਗਾ, ਇਹ ਹੋਮ ਰੈਮੇਡੀਜ਼ ਨਹੀਂ ਹੈਗੀਆਂ ਜੀ। ਇਹ ਉਹ ਗੱਲਾਂ ਜੇ ਤੁਹਾਨੂੰ ਪ੍ਰੋਬਲਮ ਹੁੰਦੀ ਪਈ ਆ, ਨਾ ਕਬਜ਼ ਦੀ ਦਵਾਈ ਆ, ਨਾ ਡਾਇਰੀਆ ਦੀ ਦਵਾਈ ਆ, ਨਾ ਪੇਟ ਦਰਦ ਦੀ ਦਵਾਈ ਆ। ਅੱਛਾ। ਇਹਦੇ ਚ ਕੀ ਆ, ਇੱਕ ਆਮਲੇ ਦਾ ਮੁਰੱਬਾ ਤੇ ਇੱਕ ਬਿਲ ਦਾ ਮੁਰੱਬਾ। ਅੱਛਾ। ਡੇਲੀ ਤੁਸੀਂ ਖਾਣਾ ਸਟਾਰਟ ਕਰਨਾ। ਤੁਹਾਨੂੰ ਇਹ ਪੇਟ ਦੀ ਪ੍ਰੋਬਲਮ ਆ, IBS ਦੀ ਡਾਇਗਨੋਸ ਕਰਵਾ ਲਿਆ, ਆਮਲੇ ਦਾ ਮੁਰੱਬਾ ਤੇ ਬਿਲ ਦਾ ਮੁਰੱਬਾ ਡੇਲੀ ਤੁਸੀਂ ਖਾਣਾ ਸਟਾਰਟ ਕਰਨਾ ਤੇ ਇੱਕ ਡਾਕਟਰ ਦੀ ਸਲਾਹ ਲੈਣੀ। ਠੀਕ ਹੈ, ਇਹ ਚੀਜ਼ਾਂ ਦੇ ਨਾਲ ਤੁਹਾਡੀ IBS ਦੀ ਪ੍ਰੋਬਲਮ ਸਹੀ ਹੋ ਸਕਦੀ ਹੈ। ਔਰ ਕਿੰਨੇ ਸਮੇਂ ਦੇ ਲਈ ਇਹ ਖਾਣਾ ਪਏਗਾ? ਇਹ ਤੁਸੀਂ 5-6 ਮਹੀਨੇ ਖਾਓ, ਇਹਦਾ ਕੋਈ ਸਾਈਡ ਇਫੈਕਟ ਇਹ ਤਾਂ ਵੈਸੇ ਰੈਗੂਲਰ ਵੀ ਖਾਓ ਤੁਸੀਂ। ਆਮਲਾ ਇੱਕ ਰਸਾਇਣ ਆ। ਹੋਰ ਬਿਲ ਜਿਹੜਾ ਆ ਉਹ ਪੇਟ ਨੂੰ ਠੀਕ ਕਰਦਾ ਆ, ਡਾਈਜੈਸ਼ਨ ਪਾਵਰ ਵਧੀਆ ਕਰਦਾ ਆ। ਬਿਲ ਦਾ ਜਿਹੜਾ ਮੁਰੱਬਾ ਆ ਉਹ ਤੁਸੀਂ ਲੈ ਲਓ, ਬਿਲ ਦਾ ਚੂਰਨ ਲੈ ਲਓ ਜੇ ਤੁਹਾਨੂੰ IBS ਆ ਤਾਂ। ਠੀਕ ਹੈ, ਬਾਕੀ ਜੇਕਰ ਤੁਹਾਨੂੰ ਪ੍ਰੋਬਲਮ ਵਰਸ ਆ, ਉਹਦੇ ਲਈ ਤੁਸੀਂ ਮੈਨੂੰ ਆ ਕੇ ਮਿਲ ਵੀ ਸਕਦੇ ਹੋ, ਸਲਾਹ ਲੈ ਸਕਦੇ ਹੋ, ਫੋਨ ਤੇ ਕੰਸਲਟੇਸ਼ਨ ਕਰ ਸਕਦੇ ਹੋ। ਮੇਰਾ ਨੰਬਰ ਆ 9815066471 ਜੀ। 9815066471। ਮੇਰੇ ਕਲੀਨਿਕ ਦਾ ਐਡਰੈਸ ਆ ਵਰਮਾ ਆਯੁਰਵੇਦਾ, ਨਾਈਆਂ ਵਾਲਾ ਚੌਂਕ, ਫਗਵਾੜਾ। ਜੀ। ਸੋ ਨੰਬਰ ਜਿਹੜਾ ਹੈਗਾ ਵੈਦ ਸਾਹਿਬ ਦਾ, ਉਹਨਾਂ ਦੇ ਨਾਮ ਦੇ ਬਿਲਕੁਲ ਨੀਚੇ ਵੀ ਲਿਖਿਆ ਹੋਇਆ ਔਰ ਉਹਨਾਂ ਨੇ ਦੱਸ ਵੀ ਦਿੱਤਾ ਹੈ, ਇਸ ਨੰਬਰ ਦੇ ਉੱਤੇ ਤੁਸੀਂ WhatsApp ਕਾਲ ਜਾਂ ਮੈਸੇਜ ਕਰ ਸਕਦੇ ਹੋ। ਜੇ ਤੁਸੀਂ ਵਿਦੇਸ਼ ਤੋਂ ਦੇਖ ਰਹੇ ਹੋ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕਿਸੇ ਵੀ ਕੰਟਰੀ ਤੋਂ ਦੇਖ ਰਹੇ ਹੋ, ਤੇ ਇਸ ਤੋਂ ਇਲਾਵਾ ਜੇ ਤੁਸੀਂ ਇੰਡੀਆ ਤੋਂ ਹੀ ਹੋ ਤਾਂ ਤੁਸੀਂ ਡਾਇਰੈਕਟਲੀ ਵੀ ਆ ਕੇ ਮਿਲ ਸਕਦੇ ਹੋ ਔਰ ਈਜ਼ੀਲੀ ਇੱਥੇ ਆ ਕੇ ਡਾਇਗਨੋਸ ਕਰਵਾ ਸਕਦੇ ਹੋ। ਅੱਜ ਤੇ ਡਿਜੀਟਲ ਦਾ ਜ਼ਮਾਨਾ ਹੈ ਤੇ ਜੇ ਤੁਸੀਂ WhatsApp ਕਾਲ ਦੇ ਉੱਤੇ ਡਾਇਗਨੋਸ ਕਰਵਾਉਣਾ ਚਾਹੁੰਦੇ ਹੋ, ਉਹ ਵੀ ਪੋਸੀਬਲ ਹੈਗਾ, ਰਿਪੋਰਟਸ ਵਗੈਰਾ ਸ਼ੇਅਰ ਕਰਕੇ। ਸੋ ਇਹ ਵੀ ਪੋਸੀਬਲ ਬਣਦੀ ਹੈ ਗੱਲ। ਸੋ ਵੈਦ ਸਾਹਿਬ, ਬਹੁਤ ਬਹੁਤ ਧੰਨਵਾਦ IBS ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਲਈ। ਇੱਕ ਆਪਾਂ ਨਾਰਾ ਲਾਣਾ ਜੀ, ਜੈ ਆਯੁਰਵੇਦ ਜੈ ਧਨਵੰਤਰੀ, ਜੈ ਆਯੁਰਵੇਦ ਜੈ ਧਨਵੰਤਰੀ। ਜੀ। ਸੋ ਬਹੁਤ ਬਹੁਤ ਧੰਨਵਾਦ ਵੈਦ ਸਾਹਿਬ, ਤੁਸੀਂ ਆਪਣਾ ਸਮਾਂ ਜਿਹੜਾ ਸਾਡੇ ਦਰਸ਼ਕਾਂ ਨੂੰ ਦਿੱਤਾ ਔਰ ਇਹ ਜਾਣਕਾਰੀ ਵਾਕਈ ਇੱਕ ਜ਼ਰੂਰੀ ਹੈ, ਕਿਉਂਕਿ ਕਨਫਿਊਜ਼ਨ ਜਿਹੜਾ ਹੈਗਾ ਉਹ ਕਨਫਿਊਜ਼ਨ ਜਿਹੜਾ ਦੂਰ ਆਪਾਂ ਅੱਗੇ ਵੀ ਵੀਡੀਓਜ਼ ਦੇ ਵਿੱਚ ਲੋਕਾਂ ਦੇ ਵਹਿਮ ਹੀ ਦੂਰ ਕਰਾਂਗੇ। ਵਹਿਮ ਹੀ ਦੂਰ ਕਰਾਂਗੇ, ਇਹ ਸਹੀ ਹੈ ਨਾ। ਸੋ ਧੰਨਵਾਦ ਵੈਦ ਸਾਹਿਬ, ਔਰ ਦਰਸ਼ਕਾਂ ਨੂੰ ਅਸੀਂ ਇਹੀ ਕਹਾਂਗੇ ਕਿ ਵਹਿਮ ਦੇ ਵਿੱਚ ਨਹੀਂ ਰਹਿਣਾ, ਇਲਾਜ ਕਰਵਾਉਣਾ, ਡਾਇਗਨੋਸ ਕਰਵਾਉਣਾ, ਉਸ ਲਈ ਵੈਦ ਸਾਹਿਬ ਨੂੰ ਤੁਸੀਂ ਮਿਲ ਸਕਦੇ ਹੋ। ਸੋ ਅਸੀਂ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।